ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਅੱਜ ਬੇहद ਮੰਦਭਾਗਾ ਘਟਨਾਕ੍ਰਮ ਵਾਪਰਿਆ। ਸਾਰੇ ਇਸ ਤੋਂ ਰੂਬਰੂ ਹੋਣਗੇ। ਵੱਡੇ ਪੱਧਰ ਦੇ ਉੱਤੇ ਰੋਸ ਹੈ ਲੋਕਾਂ ਦੇ ਵਿੱਚ, ਕਿਉਂਕਿ ਬੇहद ਇੱਕ ਗਮਗੀਨ ਜਿਹੜਾ ਤੁਸੀਂ ਦੇਖਿਆ ਅੱਜ ਜੋ ਚੀਜ਼ਾਂ ਵਾਪਰੀਆਂ ਨੇ। CDS ਬਿਪਨ ਰਾਵਤ, ਉਹਨਾਂ ਦੀ ਪਤਨੀ ਅਤੇ ਹੋਰ ਸਟਾਫ ਦੇ ਮੈਂਬਰ ਕੁੱਲ 14 ਜਾਣੇ ਹੈਲੀਕਾਪਟਰ ਦੇ ਵਿੱਚ ਸਵਾਰ ਸਨ, ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਇਆ। ਤਾਮਿਲਨਾਡੂ ਦੇ ਕਨੌਰ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਿਆ ਔਰ ਕਾफ़ी ज़्यादा ਉੱਥੇ ਬੇहद ਬੁਰੇ ਢੰਗ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਇਹ ਚੀਜ਼ ਕਹੀ ਜਾ ਰਹੀ ਹੈ ਕਿ ਮੌਤਾਂ ਹੋ ਚੁੱਕੀਆਂ ਨੇ। ਹਾਲਾਂਕਿ ਆਫੀਸ਼ੀਅਲ ਤੌਰ ਤੇ ਸਟੇਟਮੈਂਟ ਹੈ ਜਿਹੜੀ ਉਹ ਗ੍ਰਹਿ ਮੰਤਰਾਲੇ ਵੱਲੋਂ, ਰੱਖਿਆ ਵਿਭਾਗ ਦੇ ਵੱਲੋਂ ਦਿੱਤੀ ਜਾਣੀ ਹੈ ਤੇ ਇਹਦੇ ਉੱਤੇ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਤਰ੍ਹਾਂ ਦੇ ਸਵਾਲ ਨੇ ਕਿ ਆਖਰ ਇਸ ਤਰ੍ਹਾਂ ਦੇ ਹਾਦਸੇ ਕਿਉਂ ਵਾਪਰਦੇ ਨੇ। ਖਾਸ ਤੌਰ ਤੇ ਜਦੋਂ ਹੈਲੀਕਾਪਟਰ ਦੀ ਗੱਲ ਆਉਂਦੀ ਹੈ, ਚਾਹੇ ਉਹ ਮਿਗ ਦੀ ਗੱਲ ਹੋਵੇ, ਚਾਹੇ ਉਹ ਜਿਹੜਾ ਇਹਦੇ ਵਿੱਚ ਸਵਾਰ ਸਨ MI-17V5 ਜਿਹੜਾ ਅੱਜ ਕ੍ਰੈਸ਼ ਹੋਇਆ, ਇਹਦੀ ਵੀ ਗੱਲ ਹੁੰਦੀ ਹੈ। ਬਾਰ-ਬਾਰ ਚੀਜ਼ਾਂ ਉੱਠਦੀਆਂ ਨੇ। ਸਾਡੇ ਨਾਲ ਮਾਹਰ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਾ ਦਿੰਦੇ ਆ। ਡਿਪਟੀ ਕਮਾਂਡੈਂਟ ਭੁਪਿੰਦਰ ਸਿੰਘ ਧਾਲੀਵਾਲ ਨੇ ਤੇ ਕਰਨਲ DS ਗਰੇਵਾਲ ਨੇ, ਰੱਖਿਆ ਮਾਹਰ ਨੇ। ਸਵਾਗਤ ਕਰ ਲੈਂਦੇ ਆ। ਪਹਿਲਾ ਸਵਾਲ ਕਰਨਲ DS ਗਰੇਵਾਲ ਤੋਂ ਲੈਣਾ। ਗਰੇਵਾਲ ਸਾਹਿਬ, ਰਿਐਕਸ਼ਨ ਤਾਂ ਜਾਣਦੇ ਆ ਕਿ ਕੀ ਹੋਏਗਾ। ਬਹੁਤ ਮੰਦਭਾਗਾ ਸੀ, ਬਿਪਨ ਰਾਵਤ ਸੀ ਉਹਦੇ ਵਿੱਚ, ਔਰ ਜਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਹੋਇਆ, ਸਵਾਲ ਵੱਡਾ ਇਹੀ ਹੈ ਕਿ ਹੈਲੀਕਾਪਟਰ ਨੇ ਜਿਹੜੇ ਇਹ ਹਾਦਸਾ ਬਾਰ-ਬਾਰ ਹੋ ਰਹੇ ਨੇ, ਹਾਦਸੇ ਕਈ ਤਰ੍ਹਾਂ ਦੇ ਹੋ ਰਹੇ ਨੇ। ਪਹਿਲੀ ਨਜ਼ਰੇ ਇਹ ਹਾਦਸੇ ਨੂੰ ਕਿਵੇਂ ਦੇਖਦੇ ਹੋ? ਐਕਚੁਅਲੀ ਹਾਦਸਾ ਜਦੋਂ ਇੱਕ ਚੀਫ, ਉਹ ਵੀ ਸਾਰੀਆਂ ਸੈਨਾ ਦੇ ਉੱਤੇ, ਕੰਬਾਈਨਡ ਡਿਫੈਂਸ ਸਰਵਿਸਿਜ਼ ਦਾ ਚੀਫ ਜਨਰਲ ਰਾਵਤ ਜਾ ਰਿਹਾ ਹੋਵੇ, ਜਾਂ ਪ੍ਰੈਜ਼ੀਡੈਂਟ ਜਾ ਰਿਹਾ ਹੋਵੇ, ਜਾਂ ਪ੍ਰਾਈਮ ਮਿਨਿਸਟਰ ਜਾ ਰਿਹਾ ਹੋਵੇ, ਉਹਦਾ ਤਾਂ ਇੰਨੀ ਚੈਕਿੰਗ, ਇੰਨੀ ਇੰਸਪੈਕਸ਼ਨ ਹੁੰਦੀ ਹੈ ਕਿ ਕੋਈ ਵੀ ਕੰਡੀਸ਼ਨ ਨਹੀਂ ਛੱਡੀ ਜਾਂਦੀ ਜਿਹਦੇ 'ਚ ਕੋਈ ਐਕਸੀਡੈਂਟ ਦੀ ਸੰਭਾਵਨਾ ਹੋਵੇ। ਲੇਕਿਨ ਇਹ ਐਡਾ ਵੱਡਾ VVIP ਦਾ ਜੋ ਟੂਰ ਸੀ, ਉਸ ਵੇਲੇ ਉਹਦਾ ਐਕਸੀਡੈਂਟ ਜੋ ਹੋਣਾ ਬਹੁਤ ਹੀ ਵੱਡੀ ਮੰਦਭਾਗੀ ਘਟਨਾ ਹੈ, ਜਿਹਦੇ ਵਿੱਚ ਖਾਸ ਕਰਕੇ 4 ਕਾਰਨ ਆਮ ਗਿਣੇ ਜਾਂਦੇ ਨੇ। ਜਾਂ ਤਾਂ ਕੋਈ ਮਸ਼ੀਨਰੀ ਫੇਲ ਹੈ, ਜਾਂ ਮੌਸਮ ਖਰਾਬ ਹੈ, ਜਾਂ ਕੋਈ ਇਹੋ ਜਿਹੀ ਚੀਜ਼ ਅੱਗੇ ਆ ਕੇ ਲੱਗਦੀ ਹੈ, ਜਾਂ ਦਰਖਤ ਜਾਂ ਤਾਰਾਂ ਜਾਂ ਕੁਛ ਇਹੋ ਜਿਹੀ ਚੀਜ਼ ਹੈ ਉਹ ਆ ਜਾਂਦੀ ਹੈ, ਤੇ ਜਾਂ ਫਿਰ ਅੰਦਰੋਂ ਕੋਈ ਜੋ ਕਿਤੇ ਅੱਗ ਲੱਗ ਜਾਂਦੀ ਹੈ ਜਾਂ ਕੁਛ ਹੋਰ ਹੁੰਦਾ ਹੈ। ਇਹੋ ਜਿਹੀਆਂ 4-5 ਕਾਰਨ ਨੇ ਜਿਨ੍ਹਾਂ ਕਰਕੇ ਜੋ ਹੈਲੀਕਾਪਟਰਾਂ ਨੂੰ ਕ੍ਰੈਸ਼ ਹੁੰਦੇ ਦੇਖਿਆ ਗਿਆ ਹੈ। ਤੇ ਖਾਸ ਕਰਕੇ ਇਹ ਐਡਵਾਂਸ ਵਰਜ਼ਨ ਹੈ M17, ਕਿਉਂਕਿ ਰਸ਼ੀਆ ਨੇ ਇਹਦਾ ਇੰਪਰੂਵਮੈਂਟ ਕੀਤੀ ਸੀਗੀ ਹਲੇ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ, ਕਿਉਂਕਿ ਪਹਿਲਾਂ ਵੀ ਸਾਡੇ ਜੋ ਐਕਸੀਡੈਂਟ ਹੁੰਦੇ ਰਹੇ ਨੇ M17 ਦੇ, ਇਹ 2016 'ਚ ਵੀ ਹੋਇਆ ਸੀਗਾ, 2017 'ਚ ਵੀ ਹੋਇਆ, 18 'ਚ ਵੀ ਹੋਇਆ, 19 6 ਹੋਏ ਨੇ ਐਕਸੀਡੈਂਟ। ਤੇ ਇਹਨਾਂ ਦਾ ਕੋਈ ਸੋਲਿਡ ਜਵਾਬ ਕਿਉਂ ਨਹੀਂ ਲੱਭਿਆ ਗਿਆ, ਇਹ ਥੋੜੀ ਚਿੰਤਾ ਦੀ ਗੱਲ ਹੈ। ਔਰ ਖਾਸ ਕਰਕੇ ਦੇਖਣਾ ਵੀ ਬਣਦਾ ਹੈ ਕਿ ਅਗਰ ਇਹ ਫਿੱਟ ਨਹੀਂ ਹੈ। ਔਰ ਗਰੇਵਾਲ ਸਾਹਿਬ, ਇਹਨੂੰ ਬੈਸਟ, ਵਨ ਆਫ ਦਾ ਬੈਸਟ ਮੰਨਿਆ ਗਿਆ ਹੈਲੀਕਾਪਟਰਾਂ ਦੇ ਵਿੱਚ, ਆਪਣੇ ਮੁਲਕ ਦੇ ਵਿੱਚ, ਆਪਣੇ ਮੁਲਕ ਦੇ ਸਭ ਤੋਂ ਬੈਸਟ ਹੈ, ਨੰਬਰ 1 ਕਿਹਾ ਜਾਂਦਾ ਹੈ। ਉਹਦੇ 'ਚ ਕੋਈ ਡਾਊਟ ਨਹੀਂ ਹੈ, ਕਿਉਂਕਿ ਅਗਰ VVIP ਜਾਂਦੇ ਆ ਤਾਂ ਸਭ ਤੋਂ ਬੈਸਟ ਦੇ ਵਿੱਚ ਹੀ ਜਾਂਦੇ ਆ। ਅਗਰ ਸਾਡੇ ਬੈਸਟ ਦਾ ਇਹ ਹਾਲ ਹੈ ਤੇ ਬਾਕੀਆਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ, ਕਿਉਂਕਿ ਮਿਗ ਵੀ ਅਸੀਂ ਵੇਖਦੇ ਹਾਂ, ਮਿਗ ਉਹਨਾਂ ਤੱਕ ਕਾਫੀ ਹੋ ਰਹੇ ਨੇ। ਸਾਨੂੰ ਆਪਣੀ ਕੁਆਲਿਟੀ ਦੇ ਉੱਤੇ ਅਗਰ ਅਸੀਂ ਕੋਈ ਵੀ ਧਿਆਨ ਨਹੀਂ ਦਿਆਂਗੇ ਤਾਂ ਸਾਡੀ ਇਹੀ ਹਾਲ ਹੋਏਗੀ। ਔਰ ਕੁਆਲਿਟੀ ਪ੍ਰੋਡਕਟ ਤੇ ਕੁਆਲਿਟੀ ਚੈਕਿੰਗ, ਇਹ ਦੋਨੋਂ ਚੀਜ਼ਾਂ ਦੇ ਉੱਤੇ ਸਾਨੂੰ ਬਹੁਤ ਹੀ ਧਿਆਨ ਦੇਣਾ ਪਏਗਾ, ਜਿਹਦੇ ਲਈ ਐਕਸਪਰਟ ਬੰਦੇ ਹੋਣੇ ਚਾਹੀਦੇ ਨੇ ਜੌਬ ਦੇ ਉੱਤੇ। ਇਹ ਨਹੀਂ ਕਿ ਕੋਈ ਵੀ ਆ ਕੇ ਚੈੱਕ ਕਰਕੇ ਤੁਰ ਜਾਵੇ ਤੇ ਸਾਈਨ ਮਾਰ ਜਾਏ, ਕਿਉਂਕਿ ਸਿਸਟਮ ਬੜਾ ਕੰਪਲੀਕੇਟਡ ਹੈ ਚੈੱਕ ਦਾ। ਕਿਉਂਕਿ ਸਵੇਰੇ ਜਦ ਅਗਰ ਇੱਕ ਹਵਾਈ ਜਹਾਜ਼ ਨੇ ਉੱਡਣਾ ਹੁੰਦਾ ਹੈ, ਉਦੋਂ ਜੇ ਉਹਨੇ 7 ਵਜੇ ਉੱਡਣਾ ਨਾ, 5 ਵਜੇ ਆ ਕੇ ਸਾਰੇ ਜਿਹੜੇ ਹੈਗੇ ਆ ਟੈਕਨੀਸ਼ੀਅਨ ਆ ਕੇ ਉਹਦਾ ਹਰ ਇੱਕ ਹਿੱਸਾ ਪੁਰਜਾ ਚੈੱਕ ਕਰਦੇ ਆ, ਸਰਟੀਫਿਕੇਟ ਲਿਖ ਕੇ ਦਿੰਦੇ ਆ। ਤੇ ਉਸ ਤੋਂ ਬਾਅਦ ਫਿਰ ਉਹਦੀ ਟੈਸਟਿੰਗ ਥੋੜੀ ਡਰਾਈਵ ਕਰਕੇ ਵੀ ਕੀਤੀ ਜਾਂਦੀ ਆ, ਔਰ ਦੇਖਿਆ ਜਾਂਦਾ ਹੈ ਕਿ ਹਰ ਏਅਰਕ੍ਰਾਫਟ ਹਰ ਇੱਕ ਫਲਾਈਟ ਤੋਂ ਪਹਿਲਾਂ, ਹਰ ਇੱਕ ਫਲਾਈਟ ਤੋਂ ਪਹਿਲਾਂ, ਕਿਉਂ ਮੈਂ ਖੁਦ ਵੀ ਚੈੱਕ ਕਰਦਾ ਰਿਹਾ। ਠੀਕ ਹੈ। ਤੇ ਇਹ ਅਸੀਂ ਖੁਦ ਇਹ ਕੰਮ ਦੇਖਦੇ ਰਹੇ ਹਾਂ ਕਿ ਇਹਦੀ ਚੈਕਿੰਗ ਬੜੀ ਡਿਟੇਲ ਹੁੰਦੀ ਸੀ। ਲੇਕਿਨ ਕੀ ਕੋਈ ਕਿਸੇ ਲੋਅਰ ਲੈਵਲ ਦੇ ਉੱਤੇ ਦੀ ਚੈਕਿੰਗ ਦੀ ਘਾਟ ਹੈ? ਕੀ ਕੋਈ ਇਹਦੇ 'ਚ ਇਹੋ ਜਿਹੇ ਹਿੱਸੇ ਪੁਰਜ਼ੇ ਨੇ ਜੋ ਫਿੱਟ ਨਹੀਂ ਹੈ, ਜਿਹਨੇ ਪ੍ਰੋਬਲਮ ਕੀਤਾ ਹੈ, ਜਾਂ ਜਿਨ੍ਹਾਂ ਕਰਕੇ ਇਹ ਫੇਲਰ ਹੋਇਆ ਹੈ? ਇਹ ਤਾਂ ਬਹੁਤ ਧਿਆਨ ਮੰਗਦਾ ਹੈ, ਕਿਉਂਕਿ ਸਾਰੇ ਜੋ Mi-17 ਹੈ ਇਹਨਾਂ ਨੂੰ ਰੋਕ ਕੇ ਹੁਣ ਚੈਕਿੰਗ ਕਰਨੀ ਚਾਹੀਦੀ ਹੈ ਇਹਨਾਂ ਦੀ ਫਿਟਨੈਸ ਦੇ ਬਾਰੇ। ਔਰ ਗਰੇਵਾਲ ਸਾਹਿਬ, ਇੱਕ ਚੀਜ਼ ਹੋਰ ਹੈ, ਜਿਹਦਾ ਕ੍ਰੈਸ਼ ਹੋਇਆ, ਜਿਹੜਾ ਹੈਲੀਕਾਪਟਰ, ਕਿਹਾ ਜਾਂਦਾ ਕਿ ਇਹ 2 ਇੰਜਨ ਵਾਲਾ ਸੀਗਾ, ਔਰ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ ਇਸ ਤਰ੍ਹਾਂ ਦੇ ਜਿਹੜੇ ਹੈਲੀਕਾਪਟਰ ਹੁੰਦੇ ਨੇ ਕ੍ਰੈਸ਼ ਹੋ ਜਾਵੇ।
ਤੇ ਇੰਜਨ ਫੇਲਿਅਰ ਦਾ ਤੇ ਅਗਰ ਇੱਕ ਇੰਜਨ ਫੇਲ ਹੋ ਗਿਆ ਤਾਂ ਦੂਜਾ ਤਾਂ ਚੱਲ ਹੀ ਸਕਦਾ ਨਾ ਉਹਦੇ ਨਾਲੇ ਦੇਖੋ 5 ਮਿੰਟ ਦਾ ਫਰਕ ਰਹਿ ਗਿਆ ਸੀ ਚੱਲਿਆ ਵੀ ਕਿੱਥੋਂ ਕੋਇੰਬਟੂਰ ਤੋਂ ਹੀ ਕੋਇੰਬਟੂਰ ਦਾ ਨਾਲ ਹੀ ਆ ਕੋਇੰਬਟੂਰ ਤੋਂ ਵਲਿੰਗਟਨ ਜਾਣਾ ਤੇ ਮੈਂ ਦੇਖਿਆ ਬਸ ਇੰਨਾ ਹੀ ਆ ਚੜ੍ਹਾਈ ਬਹੁਤ ਜ਼ਿਆਦਾ ਆ ਉੱਤੇ ਅੱਗੇ ਤੇ ਉਹ ਕਿਉਂ ਗੱਡੀ ਦਾ ਥੋੜਾ ਸਾਨੂੰ ਵੀ ਪ੍ਰੋਬਲਮ ਆਇਆ ਸੀ ਤੇ ਉਹ ਟਾਈਮ 5 ਮਿੰਟ ਰਹਿ ਗਿਆ ਸੀ ਸਾਰਾ ਹੀ ਉਦੋਂ ਤੱਕ ਤਾਂ ਠੀਕ ਹੈ ਇਹ ਕਹਿ ਰਹੇ ਸੀ ਕਿ ਇੱਥੇ ਧੁੰਦ ਬਹੁਤ ਆ ਮੀਂਹ ਪੈ ਰਿਹਾ ਸੀਗਾ ਮੌਸਮ ਖਰਾਬ ਸੀਗਾ ਤੇ ਇਹ ਤਾਂ ਮੈਟ ਦੀ ਜਿਹੜੀ ਹੈਗੀ ਆ ਪੂਰੀ ਰਿਪੋਰਟਿੰਗ ਪਹਿਲਾਂ ਦਿੱਤੀ ਜਾਂਦੀ ਹੈ ਮੈਟ ਦੀ ਰਿਪੋਰਟ ਸਵੇਰ ਤੋਂ ਹਰ ਘੰਟੇ ਬਾਅਦ ਰਿਪੋਰਟਾਂ ਪਾਸ ਹੁੰਦੀਆਂ ਰਹਿੰਦੀਆਂ ਨੇ ਸਾਰੇ ਏਅਰ ਸਟੇਸ਼ਨ ਦੇ ਚੈਨਲਾਂ ਤੇ ਲਗਾਤਾਰ ਪਾਸ ਆਨ ਹੁੰਦੀਆਂ ਰਹਿੰਦੀਆਂ ਨੇ ਤੇ ਉਹ ਜਿਹੜੀ ਹੈਗੀ ਖਬਰ ਹੈ ਸਾਰੇ ਹਵਾਈ ਜਹਾਜ਼ਾਂ ਦੇ ਕੋਲ ਹੁੰਦੀ ਹੈ ਮੈਟ ਰਿਪੋਰਟ ਅਗਰ ਮੈਟ ਰਿਪੋਰਟ ਸੀ ਤਾਂ ਫਿਰ ਇਹਨੂੰ ਅਲਾਉ ਨਹੀਂ ਸੀ ਕਰਨਾ ਚਾਹੀਦਾ ਐਡੇ ਵੀਆਈਪੀ ਨੂੰ ਠੀਕ ਹੈ ਅੱਛਾ ਧਾਲੀਵਾਲ ਜੀ ਵੀ ਸਾਡੇ ਨਾਲ ਨੇ ਧਾਲੀਵਾਲ ਸਾਹਿਬ ਤੋਂ ਵੀ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ ਧਾਲੀਵਾਲ ਸਾਹਿਬ ਜਿਹੜਾ ਇਹ ਹਾਦਸਾ ਹੋਇਆ ਜਿਵੇਂ ਮੈਂ ਪਹਿਲਾਂ ਗਰੇਵਾਲ ਜੀ ਹੋਰਾਂ ਨੇ ਬਹੁਤ ਚੰਗੀਆਂ ਚੀਜ਼ਾਂ ਦੱਸੀਆਂ ਨੇ ਬਹੁਤ ਗੁਣ ਵਾਲੀਆਂ ਜਾਣਕਾਰੀਆਂ ਦਿੱਤੀਆਂ ਨੇ ਕਿ ਕਿਹੜੇ ਕਾਰਨ ਨੇ ਕਿ ਜਿਹੜੀਆਂ ਚੀਜ਼ਾਂ ਨੂੰ ਮੰਨਿਆ ਜਾ ਸਕਦਾ ਅੱਛਾ ਜਿਵੇਂ ਮੌਸਮ ਦੀ ਗੱਲ ਕੀਤੀ ਜਾ ਰਹੀ ਹੈ ਕਿ ਮੌਸਮ ਵੀ ਇੱਕ ਕਾਰਨ ਹੋ ਸਕਦਾ ਹੈ ਹਿਊਮਨ ਐਰਰ ਵੀ ਹੋ ਸਕਦਾ ਹੈ ਇੱਕ ਕਾਰਨ ਜਾਂ ਫਿਰ ਮਸ਼ੀਨਰੀ ਦੀ ਵੀ ਗੱਲ ਹੋ ਸਕਦੀ ਹੈ ਔਰ ਜਿਹੜਾ ਮੌਸਮ ਵਾਲੀ ਗੱਲ ਹੈਗੀ ਉਹ ਤਾਂ ਕਹਿੰਦੇ ਕਿ ਪਹਿਲਾਂ ਦੱਸਿਆ ਜਾਂਦਾ ਹੈ ਬਾਰ-ਬਾਰ ਅਪਡੇਟ ਕੀਤਾ ਜਾਂਦਾ ਔਰ ਕਈ ਵਾਰ ਜਦੋਂ ਇੱਕ ਵਾਰੀ ਫਲਾਈ ਕਰ ਜੋ ਤਾਂ ਉੱਥੇ ਮੌਸਮ ਖਰਾਬ ਹੋਵੇ ਉਸ ਤੋਂ ਬਾਅਦ ਵੀ ਵਾਪਸ ਬੁਲਾ ਲਿਆ ਜਾਂਦਾ ਬਿਲਕੁਲ ਰਾਈਟ ਜੋ ਹਰ ਫਲਾਈਟ ਤੋਂ ਪਹਿਲਾਂ ਜੋ ਵੀ ਫਲਾਈਟ ਜਾ ਰਹੀ ਆ ਉਸ ਤੋਂ ਪਹਿਲਾਂ ਪ੍ਰੋਪਰ ਰਿਪੋਰਟ ਮੈਟਰੋਲੋਜੀਕਲ ਡਿਪਾਰਟਮੈਂਟ ਤੋਂ ਉਹਨਾਂ ਦੀ ਦਿੱਤੀ ਜਾਂਦੀ ਆ ਕਿ ਮੌਸਮ ਫਲਾਈਂਗ ਦੇ ਯੋਗ ਹੈ ਜਾਂ ਨਹੀਂ ਹੈ ਇਸ ਹਾਲਾਤ 'ਚ ਥੋੜਾ ਜਿਹਾ ਕੰਪਲਿਕੇਟਡ ਜਿਹਾ ਹੋ ਰਿਹਾ ਵਾ ਕਿ ਜਦ ਬਾਰਿਸ਼ ਹੋ ਰਹੀ ਸੀ ਔਰ ਇੰਨਾ ਸੀਨੀਅਰ ਮੋਸਟ ਆਫੀਸਰ ਜਾ ਰਿਹਾ ਸੀ ਚੀਫ ਆਫ ਡਿਫੈਂਸ ਸਟਾਫ ਜਾ ਰਿਹਾ ਸੀ ਔਰ ਬਾਰਿਸ਼ ਹੋ ਰਹੀ ਸੀ उस टाइम मेट्रोलॉजिकल दी जो मेरे ख्याल में साथ साथ मॉनिटरिंग होनी चाहिए सी अगर किते ज़्यादा मौसम खराब आ तो जहाज नूं या सॉरी करैक्शन हैलीकॉप्टर नूं वापस बुलाया जा सकता सी अमूमन होंदा कि जदों कोई टेस्ट फ्लाइट्स वगैरह ते जांदे ने या फाइटर पायलट्स उड़दे ने या सिविल एविएशन भी है अगर अग्गों मौसम खराब आ तो उन्होंने वापस बुला लिया जाता वा जहाज नूं भी हैलीकॉप्टर नूं भी इस हालात च जिस हालात च ਇਹ ਹੈਲੀਕਾਪਟਰ ਉੱਡਿਆ ਫਲਾਈ ਕੀਤਾ ਔਰ ਇਹ ਕਾਫੀ ਇੱਕ ਕੰਪਲਿਕੇਟਡ ਜਿਹਾ ਮਸਲਾ ਸਮਝ ਨਹੀਂ ਆ ਰਹੀ ਵੀ ਐਸੀ ਬੁਰੇ ਮੌਸਮ 'ਚ ਇਹਨੂੰ ਕਿਉਂ ਲਾਅ ਕੀਤਾ ਗਿਆ ਇਹ ਲਾਅ ਨਹੀਂ ਹੋਣਾ ਚਾਹੀਦਾ ਸੀ ਅਗਰ ਚਲੋ ਐਮਰਜੈਂਸੀ ਹੈ ਤਾਂ ਅਗਰ ਮੌਸਮ ਜ਼ਿਆਦਾ ਖਰਾਬ ਹੁੰਦਾ ਦਿੰਦਾ ਸੀ ਤਾਂ ਇਹਨਾਂ ਨੂੰ ਰਸਤੇ 'ਚ ਇਨ ਬਿਟਵੀਨ ਉਹ ਜਿਵੇਂ ਗਰੇਵਾਲ ਸਾਹਿਬ ਨੇ ਹੁਣ ਦੱਸਿਆ ਵੀ 5 ਮਿੰਟ ਤਾਂ ਰਹਿ ਗਏ ਜੀ ਲੈਂਡ ਕਰਨ 'ਚ ਤੇ ਉੱਥੇ ਹੋ ਸਕਦਾ ਕਿ ਇਹ ਉਤਰਨ ਤੋਂ 5 ਮਿੰਟ ਪਹਿਲਾਂ ਕੋਈ 150-60 ਕਿਲੋਮੀਟਰ ਦੀ ਡਿਸਟੈਂਸ ਰਹਿੰਦੀ ਹੋਣੀ ਹੈ ਜੋ ਕਵਰ ਕਰਨੀ ਆ ਉਸ ਟਾਈਮ ਕੋਈ ਸਡਨ ਇਸ ਤਰੀਕੇ ਦੀ ਟੈਕਨੀਕਲ ਡਿਵੈਲਪਮੈਂਟ ਹੋ ਗਈ तो जो ਉਹ ਅਨਕੰਟਰੋਲੇਬਲ ਹੋਊਗਾ ਪਾਇਲਟ ਦੇ ਧਾਲੀਵਾਲ ਸਾਹਿਬ ਜਿਵੇਂ ਆਮ ਭਾਸ਼ਾ ਦੇ ਵਿੱਚ ਕਹੀਏ ਦਰਸ਼ਕਾਂ ਦੇ ਲਈ ਥੋੜਾ ਜਿਹਾ ਸੌਖਾ ਕਰੀ ਜਿਵੇਂ ਇੱਕ ਲੇਮੈਨ ਥਿਊਰੀ ਹੁੰਦੀ ਹੈ ਕਿ ਜੇ ਮੌਸਮ ਖਰਾਬ ਵੀ ਹੈ ਕੋਈ ਗੱਲ ਨਹੀਂ ਬੰਦਾ ਧੱਕਾ ਕਰ ਲੈਂਦਾ ਇਹਦੇ ਵਿੱਚ ਔਨ ਰਿਕਾਰਡ ਹੁੰਦੀਆਂ ਨੇ ਚੀਜ਼ਾਂ ਨਹੀਂ ਕੀਤਾ ਜਾ ਸਕਦਾ ਇਦਾਂ ਜੇ ਮੌਸਮ ਖਰਾਬ ਹੈ ਤਾਂ ਤੁਹਾਨੂੰ ਰਿਪੋਰਟ ਕਿਉਂਕਿ ਤੁਸੀਂ ਗਰਾਊਂਡ ਸਟਾਫ ਦੇ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਹੈਗੇ ਹੋ ਸਾਰਾ ਕੁਝ ਔਨ ਰਿਕਾਰਡ ਹੋਊਗਾ ਬਲੈਕ ਬਾਕਸ ਦੇ ਵਿੱਚ ਵੀ ਚੀਜ਼ਾਂ ਕਹਿੰਦੇ ਸਾਰਾ ਕੁਝ ਆ ਜਾਂਦਾ ਗੱਲਬਾਤ ਜੋ ਹੋਈ ਹੋਵੇਗੀ ਅਖੀਰਲੇ ਟਾਈਮ ਹਾਂਜੀ ਇਹ ਜੋ ਪਾਇਲਟ ਆ ਕਾਕਪਿਟ ਔਰ ਥੱਲੇ 에ਅਰ ਕੰਟਰੋਲ ਟਾਵਰ ਜਿਹੜਾ ਹੁੰਦਾ ਵਾ ਉਹਦੇ ਨਾਲ ਉਹ ਇੱਕ ਮਿੰਟ ਵਿਦਨ ਸੈਕਿੰਡ ਦੀ ਖਬਰ ਉਹ ਇੱਕ ਦੂਜੇ ਨੂੰ ਦਿੰਦੇ ਰਹਿੰਦੇ ਆ ਕਿ ਅੱਗੇ ਕੀ ਆ ਕਿਸ ਤਰ੍ਹਾਂ ਦੀ ਮੇਰੀ ਸਿਚੁਏਸ਼ਨ ਆ ਮੈਂ ਕਿੱਥੇ ਆ ਉਹ ਮੋਨੀਟਰ ਕਰਦਾ ਵਾ अब इस हालात च ਇਹ ਸਮਝਣ ਵਾਲੀ ਚੀਜ਼ ਆ ਵੀ ਇਹ ਜੋ ਹੋਇਆ ਕੋ ਰਾਸਤੇ 'ਚ ਵੀ ਮੋਨੀਟਰਿੰਗ ਕਈ ਸਟੇਸ਼ਨ ਹੁੰਦੇ ਆ ਜਦੋਂ ਫਲਾਈ ਕਰਦਾ ਹੈ ਡਿਸਟੈਂਸ ਔਰ ਐਡਾ ਸੀਨੀਅਰ ਮੋਸਟ VVIP ਜਾ ਰਿਹਾ ਵਾ ਜਦੋਂ ਕੋਇੰਬਟੋਰ ਟੂ ਵਲਿੰਗਟਨ ਦੀ ਫਲਾਈਟ ਆ ਕਾਫੀ ਲੰਬੀ ਆ ਉਹਦੇ 'ਚ ਰਸਤੇ 'ਚ ਵੀ ਮੋਨੀਟਰਿੰਗ ਸਟੇਸ਼ਨ ਹੋਣਗੇ ਉਹਨਾਂ ਨੇ ਵੀ ਉਹਨੂੰ ਟੈਸਟ ਕੀਤਾ ਹੋਣਾ ਵਾ ਵੀ ਦੇਖੋ ਇਹ ਇਸ ਤਰ੍ਹਾਂ ਦਾ ਮੌਸਮ ਆ अब ਹੁਣ ਇਹ ਚੀਜ਼ ਤਾਂ ਇਹੀ ਤਾਂ ਕਨਫਿਊਜ਼ਨ ਕ੍ਰੀਏਟ ਕਰ ਰਹੀ ਆ ਕਿ ਇੰਨੇ सीनियर अफसर की फ्लाई हो रही सी और रास्ते च मोनीटरिंग स्टेशन भी होने चाहिए जो एयर कंट्रोल कर रहा इन्होंने इस चीज़ क्यों नहीं क्लैरिफाई किया इस चीज़ ਤੇ ਮੈਂ ਤੁਹਾਨੂੰ ਟਾਈਮਿੰਗ ਬਾਰੇ ਸਾਫ਼ ਦੱਸ ਦਿਆਂ ਕਿ ਫਲਾਈਟ 11:40 ਤੇ ਉੱਡੀ ਆ ਸਵੇਰੇ 12:10 ਤੇ ਕ੍ਰੈਸ਼ ਹੋ ਗਿਆ 12:15 ਤੇ ਉਤਰਨਾ ਸੀਗਾ ਇੰਨਾ ਡਿਸਟੈਂਸ ਤਾਂ ਜ਼ਿਆਦਾ ਨਹੀਂ ਸੀਗਾ ਕਿਉਂਕਿ ਬਸ ਚੜਾਈ ਬਹੁਤ ਜ਼ਿਆਦਾ ਉੱਤੇ ਮੈਨੂੰ ਪਤਾ ਹੈ
ਔਰ ਦਰਖਤ ਬਹੁਤ ਜ਼ਿਆਦਾ ਵੱਡੇ ਵੱਡੇ ਉੱਚੇ ਉੱਚੇ ਔਰ ਨੇ। ਗਰੇਵਾਲ ਸਾਹਿਬ ਇੱਕ ਇਹ ਵੀ ਚੀਜ਼ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚੜ੍ਹਾਈ ਜ਼ਿਆਦਾ, ਤਾਂ ਮੈਨੂੰ ਲੱਗਦਾ ਕਿ ਜ਼ਿਆਦਾ ਉੱਚਾ ਉੱਡਣਾ ਪੈਂਦਾ ਹੋਣਾ, ਤਾਂ ਇੰਜਨ ਦਾ ਵੀ ਜ਼ੋਰ ਜ਼ਿਆਦਾ ਲੱਗਦਾ ਹੋਣਾ। ਮੈਨੂੰ ਨਹੀਂ ਐਡਾ ਕੋਈ ਪ੍ਰੋਬਲਮ ਨਹੀਂ, ਇਹ ਤਾਂ ਬਹੁਤ ਉੱਚਾ ਜਾਗਦੇ ਨੇ 16-17,000 ਫੁੱਟ ਤੱਕ ਬੜੀ ਆਸਾਨੀ ਨਾਲ ਇਹਦੀ ਵੀ ਇਹ ਤਾਂ ਸਿੱਧਾ ਹੀ ਉੱਠ ਖੜੇ ਹੁੰਦੇ ਨੇ ਨਾ। ਨਹੀਂ, ਇਹਦੀ ਫਲਾਈਟਸ ਦੀ ਵੀ ਲਿਮਟ ਆ ਨਾ। ਅੱਛਾ, ਹੈਲੀਕਾਪਟਰ ਔਰ 에ਅਰਕ੍ਰਾਫਟਸ ਦੀ ਜਿਹੜੀ ਜਾਂ ਜਹਾਜ਼ ਦੀ ਠੀਕ ਹੈ, ਫਲਾਈਟ ਜਿਹੜੀ ਹਾਈਟ ਜਾਣ ਦੀ ਵੀ ਲਿਮਟ ਆ। ਇਹ ਤਾਂ ਥੋੜਾ ਜਿਹਾ 3000 4000 ਉੱਚਾ ਹੈ, ਜ਼ਿਆਦਾ ਨਹੀਂ ਹੈ ਇਹ ਚੀਜ਼ ਹੈ। ਅੱਛਾ, ਤੇ ਇਹ ਕਿਉਂਕਿ ਊਟੀ ਤੋਂ ਪਹਿਲਾਂ ਆਉਂਦਾ ਇਹ, ਤੇ ਇਹ ਜਿਹੜਾ ਸੀਗਾ ਮੈਨੂੰ ਲੱਗਦਾ ਜਾਂ ਤਾਂ ਉੱਚਾ ਚੁੱਕਣ ਲੱਗੇ ਕਿਸੇ ਦਰਖਤ ਦੇ ਵਿੱਚ ਫਸ ਗਿਆ, ਕਿਉਂ ਜਿੱਥੇ ਅਸੀਂ ਦੇਖਦੇ ਹਾਂ ਪਿੰਡ ਦਾ, ਉਹ ਵੀਡੀਓ 'ਚ ਵੀ ਦੇਖ ਰਹੇ ਹਾਂ, ਉਹ ਦਰਖਤ ਦੇ ਵਿੱਚ ਮੈਨੂੰ ਲੱਗਦਾ ਬਹੁਤ ਬੁਰੀ ਤਰ੍ਹਾਂ ਟੱਕਰ ਖਾ ਕੇ ਜੋ ਹੈ ਉਹ ਪੂਰਾ ਹੀ ਜੋ ਸੜ ਗਿਆ। ਪਰ ਗਰੇਵਾਲ ਸਾਹਿਬ ਫਿਰ ਇੱਕ ਇਹ ਵੀ ਸਵਾਲ ਹੈ, ਜੇ ਇੰਨਾ ਜਿਹੜਾ ਸક્ષਮ ਹੈਲੀਕਾਪਟਰ ਜਿਹਨੂੰ ਕਿਹਾ ਜਾ ਰਿਹਾ ਵਨ ਆਫ ਦਾ ਬੈਸਟ ਕਿਹਾ ਜਾ ਰਿਹਾ ਮੁਲਕ ਦਾ, ਪਰ ਉਹ ਪੀੜਾਂ ਦੀ ਹਾਈਟ ਤਾਂ ਆਪਣੇ ਮੁਲਕ ਦੇ ਵਿੱਚ ਕਿੰਨੀ ਕੁ ਹੋਊਗੀ ਕਿ ਉੱਥੇ ਆ ਗਿਆ, ਜਾਂ ਫਿਰ ਲੋ ਫਲਾਈਂਗ ਕੀਤੀ ਜਾ ਰਹੀ ਸੀ, ਇਹ ਮੰਨਿਆ ਜਾਵੇ ਮੌਸਮ ਦੀ ਖਰਾਬੀ ਕਾਰਨ ਲੋ ਫਲਾਈਂਗ ਸੀ? ਨਹੀਂ, ਲੋ ਫਲਾਈਟ ਨਹੀਂ ਸੀ, ਉੱਪਰ ਨੂੰ ਕੋਸ਼ਿਸ਼ ਕੀਤੀ ਹੋਣੀ ਹੈ ਤੇ ਉੱਤੇ ਬੱਦਲ ਆ ਗਏ ਹੋਣੇ ਆ। ਬੱਦਲਾਂ ਦੇ ਵਿੱਚ ਮੈਂ ਇੱਕ ਵਾਰੀ ਯਾਦ, ਜਦ ਬੱਦਲਾਂ ਨੂੰ ਉੱਪਰ ਨੂੰ ਕ੍ਰਾਸ ਕਰਦੇ ਆ ਨਾ, ਤਾਂ ਬੱਦਲ ਥਰ-ਥਰ ਕਰਨ, ਉਹ ਹਵਾਈ ਜਹਾਜ਼ ਹੈਲੀਕਾਪਟਰ ਉਹ ਥਰ-ਥਰ ਕਰਨ ਲੱਗ ਜਾਂਦਾ, ਬਹੁਤ ਔਖਾ ਹੁੰਦਾ ਉਸ ਟਾਈਮ ਦੇ ਉੱਤੇ। ਤੇ ਉਸ ਹਾਲਤ ਦੇ ਵਿੱਚ ਜਾਂ ਤਾਂ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਕਿਵੇਂ ਬਚ ਕੇ ਉੱਪਰ ਨਿਕਲ ਸਕਦੇ ਹਾਂ ਮੌਸਮ ਦੇ ਵਿੱਚੋਂ, ਕਿਉਂਕਿ ਇਹਦੇ ਵਿੱਚ ਤਾਂ ਮੌਸਮ ਖਰਾਬ ਵੀ ਹੈ, ਤਾਂ ਬੱਦਲਾਂ ਵਿੱਚ ਤਾਂ ਨਿਕਲ ਕੇ ਜਾਣਾ ਪੈਂਦਾ। ਮੈਂ ਵੀ ਗਿਆ, ਵਿੱਚ ਦੀ ਉੱਪਰ ਦੀ ਚੜ੍ਹ ਜਾਂਦੇ ਆ ਹੈਲੀਕਾਪਟਰ ਬੱਦਲਾਂ ਦੇ ਵਿੱਚੋਂ ਨਿਕਲ ਕੇ, ਪਰ ਉਹਦਾ ਤਰੀਕਾ ਹੁੰਦਾ, ਐਕਸਪਰਟ ਹੁੰਦਾ ਹੈ, ਕਿਉਂਕਿ ਰਾਹ ਦੇ ਜਿਹੜੇ 에ਅਰਕ੍ਰਾਫਟ ਸੀ ਉਹ ਤਾਂ ਸਿੱਧਾ ਹੈਲੀਕਾਪਟਰ ਸੀ, ਉਹ ਤਾਂ ਐਵੇਂ ਹੀ ਕਰਦੇ ਨੇ ਸਾਰੇ। ਤੇ ਇੱਥੇ ਜਾਂ ਤਾਂ ਉਹਦੀ ਖਾਸ ਕਰਕੇ ਪਾਇਲਟ ਦੇ ਵਿੱਚ ਵੀਕਨੈਸ ਕਿਸੇ ਹੋ ਸਕਦੀ ਹੈ, ਉਹਨਾਂ ਨਹੀਂ ਐਕਸਪਰਟ ਕੀਤਾ ਹੋਣਾ, ਐਕਸਪਰਟੀਜ਼ ਨਹੀਂ ਹੋਣੀ ਉਹਦੇ 'ਚ, ਕੋਈ ਨਾ ਕੋਈ ਪ੍ਰੋਬਲਮ ਤਾਂ ਇੱਥੇ ਆਇਆ ਹੀ ਹੈ। ਔਰ ਇਹ ਕਿਤੇ ਉਚਾਈ ਦੇ ਵਿੱਚ ਬੱਦਲ 'ਚ ਫਸਿਆ ਜਿਵੇਂ ਹੁੰਦਾ ਨਾ, ਉਸ ਹਿਸਾਬ ਦੇ ਨਾਲ ਦਰਖਤਾਂ 'ਚ ਫਸਿਆ ਜਾ ਸਕਦਾ। ਹੋਰ ਉਹ ਜਿਹਾ ਇੱਦਾਂ ਨਹੀਂ ਬਚਦਾ ਕਿ ਸਾਹਮਣੇ ਆ ਗਿਆ ਦਿਸਿਆ ਨਹੀਂ, ਜੇ ਉਹਦੀ ਵਿਜ਼ਨ 'ਚ ਨਹੀਂ ਆਏ ਨਾ ਇਮੀਡੀਏਟਲੀ, ਤਾਂ ਪ੍ਰੋਬਲਮ ਹੋ ਸਕਦੀ ਹੈ। ਔਰ ਗਰੇਵਾਲ ਸਾਹਿਬ ਜਿਹੜੀ ਵਿਜ਼ਿਬਿਲਟੀ ਆ ਪਾਇਲਟ ਦੀ, ਉਹ ਹਮੇਸ਼ਾ ਪੂਰੀ ਰਹਿੰਦੀ ਹੈ? ਕਈ ਵਾਰ ਕਿ ਮੌਸਮ ਹੁੰਦਾ, ਮੌਸਮ ਐਸਾ ਹੋ ਜਾਂਦਾ ਕਿ ਬਿਲਕੁਲ ਵਿਜ਼ਿਬਿਲਟੀ ਪੂਰ ਹੋ ਜਾਂਦੀ ਹੈ। ਨਹੀਂ, ਰਡਾਰ ਹੁੰਦੇ ਆ ਨਾ, ਰਡਾਰ ਦਾ ਪਿਕਅਪ ਚੰਗਾ ਹੁੰਦਾ। ਸੌਰੀ ਜੈਕ ਇੰਟਰਫੇਅਰ ਇਹਦੇ ਚ ਜਿਸ ਤਰ੍ਹਾਂ ਹੁੰਦਾ, ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਦੱਸਿਆ ਕਿ ਹਾਈਟਸ ਤੇ ਆ, ਉੱਚੇ ਪਹਾੜ ਨੇ, ਇਸ ਤਰ੍ਹਾਂ ਹੀ ਇੱਕ ਗਵਰਨਰ ਆਪਣੇ ਹਿਮਾਚਲ ਪ੍ਰਦੇਸ਼ ਦੇ ਕ੍ਰੈਸ਼ ਹੋਏ ਸੀ, ਆਪਣੇ ਪੰਜਾਬ ਚੋਂ ਜਾ ਰਹੇ ਸੀ ਸਾਰਾ ਪਰਿਵਾਰ, ਤੇ ਉਹ ਪਰਿਵਾਰ ਪੂਰਾ ਵਿੱਚ ਜਾ ਰਿਹਾ ਸੀ, ਤੇ ਪਾਇਲਟ ਨੂੰ ਅੱਗੇ ਜਾ ਕੇ ਸਿੱਧੇ ਸਟਰਕ ਕੀਤਾ ਉਹਨੇ ਪਹਾੜ ਨਾਲ, ਪੂਅਰ ਜਜਮੈਂਟ ਹੋ ਗਈ। ਉਹ ਤਾਂ ਇਹਨੇ ਧੁੰਦ ਪਈ ਹੋਈ ਸੀ। ਇਸ ਹਾਲਾਤ 'ਚ ਪੋਸੀਬਿਲਿਟੀ ਕੈਨ ਨਾਟ ਬੀ ਰੂਲਡ ਆਊਟ ਕਿ ਹਾਲਾਤ ਬਾਰਿਸ਼ ਹੋ ਰਹੀ ਸੀ, ਪਾਇਲਟ ਦੀ ਜਜਮੈਂਟ ਉਹ ਨਹੀਂ ਕਰ ਸਕਿਆ ਹੋਣਾ, ਲੋ ਹੋਣਾ, ਕਿਸੇ ਜਾ ਕੇ ਕਿਤੇ ਸਟ੍ਰਾਈਕ ਕਰ ਗਿਆ, ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਦੱਸਿਆ ਵਾ। ਹੋ ਸਕਦਾ ਪੋਸੀਬਿਲਿਟੀਜ਼ ਦਿਆ ਟੈਕਨੀਕਲ ਫਾਲਟ ਵੀ ਹੈ ਨਾਲ, ਹੋ ਸਕਦਾ ਕਿ ਪੂਅਰ ਵਿਜ਼ਿਬਿਲਿਟੀ ਦੇ ਕਾਰਨ ਉਹ ਕਿਸੇ ਦਰਖਤ ਨਾਲ ਜਾ ਟਕਰਾਇਆ। ਇਹ ਕੇਸ ਮੈਂ ਖੁਦ ਦੇਖੇ ਨੇ, ਸਿੱਕਮ ਦੇ ਵਿੱਚ, ਅਰੁਣਾਚਲ ਦੇ ਵਿੱਚ ਤੇ ਲਦਾਖ ਦੇ ਵਿੱਚ। ਲਦਾਖ ਦੇ ਵਿੱਚ ਹਲੇ ਘੱਟ ਹੁੰਦੇ ਨੇ, ਸਿੱਕਮ ਤੇ ਅਰੁਣਾਚਲ ਤੇ ਜ਼ਿਆਦਾ ਹੁੰਦੇ ਨੇ ਕੇਸ। ਇਹਨਾਂ ਦੇ ਹੀ ਕੇਸ 2 ਅਰੁਣਾਚਲ 'ਚ ਹੋਏ ਨੇ। ਉਹ ਬੇਸਿਕਲੀ ਮੌਸਮ, ਕਿਉਂਕਿ ਉੱਥੇ ਤਾਂ ਤਕਰੀਬਨ 6 ਮਹੀਨੇ ਜੋ ਹੈ ਢਕਿਆ ਰਹਿੰਦਾ ਉੱਪਰੋਂ, ਤੇ ਉੱਥੇ ਦਰਖਤ ਵੀ ਬਹੁਤ ਵੱਡੇ ਵੱਡੇ ਨੇ, ਕਿਉਂਕਿ ਸਭ ਤੋਂ ਜ਼ਿਆਦਾ ਕ੍ਰੈਸ਼ ਉੱਥੇ ਹੁੰਦੇ ਨੇ ਅਰੁਣਾਚਲ ਦੇ ਵਿੱਚ। ਸਿਰ ਇਹਨਾਂ ਕਰਕੇ। ਅੱਛਾ ਗਰੇਵਾਲ ਸਾਹਿਬ, ਇੱਕ ਚੀਜ਼ ਇਹ ਜਾਣਨੀ ਚਾਹਾਂਗੇ, ਧਾਲੀਵਾਲ ਸਾਹਿਬ ਤੁਹਾਨੂੰ ਵੀ ਸੇਮ ਹੀ ਇਹੀ ਸਵਾਲ ਹੈ। ਇੱਕ ਆਮ ਤੌਰ ਤੇ ਸੋਸ਼ਲ ਡੋਮੇਨ ਦੇ ਵਿੱਚ ਲੋਕ ਬਹੁਤ ਚੀਜ਼ਾਂ ਕਹਿੰਦੇ ਨੇ ਕਿ ਜਿਵੇਂ ਜਦੋਂ ਮਿਗ ਹਾਦਸਾਗ੍ਰਸਤ ਹੁੰਦਾ, ਖਾਸ ਤੌਰ ਤੇ ਉਹ ਕਹਿੰਦੇ ਨੇ ਕਿ ਜਿਹੜੇ ਇਹ ਕਈ ਹੈਲੀਕਾਪਟਰ ਨੇ ਜਾਂ ਕਈ ਜਹਾਜ਼ ਨੇ ਮਿਆਦ ਪੂਰੀ ਕਰ ਚੁੱਕੇ ਨੇ, ਉਹ ਮਤਲਬ ਕਿ ਜਿਹਨੂੰ ਆਪਾਂ ਹੋਰ ਜਟਕਾ ਭਾਸ਼ਾ 'ਚ ਕਹੀਏ ਕਿ ਬਜ਼ੁਰਗ ਹੋ ਚੁੱਕੇ ਨੇ ਉਹ ਜਹਾਜ਼, ਤਾਂ ਵੀ ਉਹਨਾਂ ਤੋਂ ਕੰਮ ਲਿਆ ਜਾ ਰਿਹਾ। ਇਦਾਂ ਦਾ ਵੀ ਕੁਝ ਹੁੰਦਾ ਕਿ ਸਿਰਫ ਇਹ ਮਿੱਥ ਨੇ? ਬਿਲਕੁਲ ਠੀਕ। ਜਿਸ ਤਰ੍ਹਾਂ ਮਿਗ 21 ਮਿਗ 20 ਸੀਰੀਅਲ ਨੇ ਬਹੁਤ ਅੱਛਾ ਕੰਮ ਕੀਤਾ, ਰਸ਼ੀਅਨਸ ਨੇ, ਇਹਨਾਂ ਨੇ ਬਹੁਤ ਆਪਣੇ 에ਅਰ ਫੋਰਸ ਲਈ ਕੰਟਰੀਬਿਊਟ ਕੀਤਾ, ਲੇਕਿਨ ਹੁਣ ਇਹ ਆਊਟਡੇਟਡ ਹੋ ਚੁੱਕੇ ਨੇ, ਸਪੇਅਰਸ ਇਹਦੇ ਮਿਲ ਨਹੀਂ ਰਹੇ। ਅਭੀ ਲੇਟੈਸਟ ਦੇਖ ਲਓ ਤੁਸੀਂ, ਆਪਣਾ ਜਦ ਪੁਲਵਾਮਾ ਹੋਇਆ ਉਦੋਂ ਬਾਅਦ 에ਅਰ ਉਹਨਾਂ ਦੇ ਵਾਇਲੇਸ਼ਨ ਹੋਈ, ਆਪਣਾ ਮਿਗ 21 ਅਭਿਮਨਿਊ ਨੇ ਜਾ ਕੇ ਮਿਗ 21 ਉੱਥੋਂ ਸ਼੍ਰੀਨਗਰ ਤੋਂ ਉੱਡ ਕੇ ਉਹਨੇ ਉਹਨਾਂ ਦੇ ਜਹਾਜ਼ ਨਾਲ ਟੱਕਰ ਲਈ ਔਰ ਜਾ ਕੇ ਉਹਨੂੰ ਸ਼ੋਟ ਡਾਊਨ ਕਰਤਾ। ਮਿਗ 21 ਬਹੁਤ ਸਟਰੋਂਗ ਆ, ਪਰ ਉਹ ਜਿਸ ਤਰ੍ਹਾਂ ਇਹ ਆਊਟਡੇਟਡ ਇਸ ਤਰ੍ਹਾਂ ਹੋ ਚੁੱਕੇ ਨੇ ਕਿ ਬਹੁਤ ਲੰਬੀ ਬੁਨਿਆਦ ਇਹਨਾਂ ਦੀ ਹੋ ਚੁੱਕੀ ਆ। ਇਹ ਗਰਾਊਂਡ ਹੋਣੇ ਚਾਹੀਦੇ ਆ, ਔਰ ਹਰ ਮਹੀਨੇ ਜਾਂ ਹਰ ਸਾਲ 'ਚ ਆਪਾਂ ਦੇਖਦੇ ਹਾਂ ਫਰੀਕੁਐਂਟਲੀ ਮਿਗ 21 ਹੀ ਕ੍ਰੈਸ਼ ਹੋ ਰਹੇ ਨੇ। ਪਾਇਲਟ ਕੁਝ ਬਚ ਜਾਂਦੇ ਨੇ, ਕੁਝ ਆਪਣੀ ਜਾਨ ਦੇ ਦਿੰਦੇ ਨੇ। ਤੋ ਇਹ ਜ਼ਰੂਰ ਫੈਕਟਰ ਹੈ ਕਿ ਇਹ ਤਾਂ ਖੈਰ MI 17 ਤਾਂ ਲੇਟੈਸਟ ਵਨ, ਤੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਹਾਲ ਹੀ ਦੇ ਵਿੱਚ ਪਠਾਨਕੋਟ ਦੇ ਵਿੱਚ ਵੀ ਇੱਕ ਹੋਇਆ ਸੀ ਕ੍ਰੈਸ਼। ਜੀ ਹਾਂ, ਪਠਾਨਕੋਟ 'ਚ ਹੋਇਆ ਇੱਕ। ਇਹਦੇ ਇਹ ਹੈ 17 5D। ਇਹਦੀ
ਲੇਟੈਸਟ ਮੋਡੀਫਾਈਡ ਵਰਜ਼ਨ ਹੈ ਔਰ ਉਹ ਉਥੋਂ ਲੇਟੈਸਟ ਇਹਦੇ ਚ ਅਸੀਂ ਇਹਨਾਂ ਗਰੇਵਾਲ ਸਾਹਿਬ ਕਿ ਇਹ ਪਹਿਲਾਂ ਵੀ ਹੋਏ ਨੇ ਕਹਿੰਦੇ ਇਹੀ ਸੇਮ ਮਾਡਲ। ਹਾਂ ਉਹਦੇ 6 ਦੱਸ ਰਿਹਾ ਨਾ ਤੁਹਾਨੂੰ। ਇੱਕ 2016 ਚ ਇਹੀ ਵਰਜ਼ਨ 2017 18 ਚ ਪਠਾਨਕੋਟ ਚ ਵੀ ਹੋਇਆ, ਦੋ ਅਰੁਣਾਚਲ ਚ ਵੀ ਹੋਇਆ। ਜੇ ਥੋੜਾ ਜਿਹਾ ਤੁਹਾਨੂੰ ਇਹਦੇ ਬਾਰੇ ਵੀ ਪਤਾ ਹੋਵੇ ਉਹਨਾਂ ਦੇ ਕੀ ਕਾਰਨ ਰਹੇ ਸੀ ਕਿ ਬਾਅਦ ਦੇ ਵਿੱਚ ਜੋ ਚੀਜ਼ਾਂ ਆਈਆਂ ਨੇ ਕਿ ਕਿਉਂ ਹੋਏ ਸੀ ਉਹ ਨਾ, ਜਿਵੇਂ ਇੱਕ ਤਾਂ ਸ਼੍ਰੀਨਗਰ ਦੇ ਵਿੱਚ ਸੀ ਆਪਣੇ ਨੇ ਗਲਤੀ ਨਾਲ ਉਹਨਾਂ ਨੇ ਮਾਰਤਾ ਸੀ, ਉਹਨੂੰ ਛੱਡ ਕੇ ਜੀ ਦੂਜਿਆਂ ਦੀ ਕਸ਼ਮੀਰ ਦੇ ਵਿੱਚ ਸੌਰੀ ਜਿਹੜੇ ਅਰੁਣਾਚਲ ਦੇ ਵਿੱਚ ਦੋਨੋਂ ਹੋਏ ਨੇ ਐਕਸੀਡੈਂਟ, ਉਹ ਮੌਸਮ ਕਰਕੇ ਹੋਏ ਨੇ ਦੋਨੋਂ। ਠੀਕ ਹੈ। ਤੇ ਜਿਹੜਾ ਇੱਥੇ ਪਠਾਨਕੋਟ 'ਚ ਹੈ ਇਹ ਉਹਦੀ ਇੰਡੀਵਿਜੂਅਲ ਫੇਲਿਅਰ ਸੀਗੀ। ਤੇ ਇਹ ਜਿਹੜਾ ਹੁਣ ਇਹ ਹੈ ਇਹਦਾ ਮੈਨੂੰ ਲੱਗਦਾ ਜਾਂ ਤਾਂ ਇੰਡੀਵਿਜੂਅਲ ਫੇਲਿਅਰ ਹੋਏਗਾ ਜਾਂ ਮੌਸਮ ਦਾ ਪ੍ਰੋਬਲਮ ਹੋਏਗਾ, ਹੋਰ ਇਹਦੇ 'ਚ ਕੋਈ ਐਡਾ ਖਤਰਾ ਹੈ ਨਹੀਂ ਸੀ। ਪਰ ਸਵਾਲ ਇਹੀ ਉੱਠਦਾ ਨਾ ਕਿ ਐਡੇ ਲੈਵਲ ਦੇ ਉੱਤੇ ਟੈਕਨੋਲੋਜੀ ਦਾ ਹੁਣ ਸਿਖਰ ਆਪਾਂ ਕਹਿ ਸਕਦੇ ਹਾਂ। ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣੀ ਜਿਹੜੀ ਮੁਲਕ ਦੀਆਂ ਫੌਜਾਂ ਨੇ, ਤਿੰਨੋਂ ਫੌਜਾਂ ਦੀ ਗੱਲ ਕਰੀਏ, ਹਰ ਤਰ੍ਹਾਂ ਦੇ ਨਾਲ ਸક્ષਮ ਨੇ, ਬਹੁਤ ਵੱਡੇ ਪੱਧਰ ਦੇ ਉੱਤੇ ਗੱਲਾਂ ਵੀ ਕੀਤੀਆਂ ਜਾਂਦੀਆਂ, ਪਰ ਮੌਸਮ ਦੀ ਖਰਾਬੀ ਕਰਕੇ ਐਡਾ ਵੱਡਾ ਨੁਕਸਾਨ ਹੋ ਜਾਣਾ, ਇਹ ਗੱਲ ਫਿਰ ਥੋੜੀ ਹਜ਼ਮ ਘੱਟ ਹੁੰਦੀ ਹੈ। ਕੀ ਲੱਗਦਾ ਕਿ ਫਿਰ ਫਲਾਈ ਹੀ ਕਿਉਂ ਕਰਨ ਦਿੱਤਾ ਜਾਂਦਾ? ਜੇ ਆਮ ਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ, ਕਿੰਨੀ ਕੁ ਮਜਬੂਰੀ ਹੁੰਦੀ ਹੈ ਉਡਾਉਣਾ? ਇਹ ਅਚਾਨਕ ਮੌਸਮ ਦੀ ਬਦਲੀ ਦਾ ਕਾਰਨ ਹੈ। ਅਚਾਨਕ ਮੌਸਮ ਦੀ ਬਦਲੀ 'ਚ ਅਰੁਣਾਚਲ ਦੇ ਵਿੱਚ ਤਾਂ ਇਮੀਡੀਏਟਲੀ ਹੁਣ ਸਭ ਠੀਕ ਠਾਕ ਹੈ, ਲੇਕਿਨ ਮਿੰਟਾਂ 'ਚ ਐਡੇ ਬੱਦਲ ਛਾਲਦੇ ਮੀਨਾ। ਤੇ ਕਰਿਆ ਸਾਹਿਬ ਫਿਰ ਉਦੋਂ ਇਮੀਡੀਏਟਲੀ ਨਹੀਂ ਉਤਾਰਿਆ ਜਾ ਸਕਦਾ ਹੁੰਦਾ ਜਹਾਜ਼ ਨੂੰ ਪਿੱਛੇ, ਤਾਂ ਫਿਰ ਕੋਸ਼ਿਸ਼ ਕਰਦੇ ਨੇ ਉੱਪਰ ਚੜ ਜਾਂਦੇ ਬਦਲਾਂ ਤੋਂ। ਠੀਕ ਹੈ। ਬਿਜਲੀ ਨਿਕਲ ਕੇ ਨਾ ਬਦਲਾਂ ਤੋਂ ਉੱਪਰ ਚਲੇ ਜਾਂਦੇ ਆ। ਓਕੇ। ਹਾਂ, ਬਦਲ ਵੀ ਇੱਕ ਲਿਮਿਟਡ ਹਾਈਟ ਤੱਕ ਹੀ ਹੁੰਦੇ ਆ, ਉਹ ਇਹਨਾਂ ਤੋਂ ਉੱਤੇ ਜਾ ਸਕਦੇ ਨੇ ਬੜੀ ਆਸਾਨੀ ਨਾਲ। ਔਰ ਕੱਲ ਆਫੀਸ਼ੀਅਲ ਤੌਰ ਤੇ ਰਾਜਨਾਥ ਸਿੰਘ ਹੋਰਾਂ ਦੇ ਵੱਲੋਂ, ਰੱਖਿਆ ਮੰਤਰੀ ਹੋਰਾਂ ਦੇ ਵੱਲੋਂ ਇਹਨੂੰ ਸਟੇਟਮੈਂਟ ਦਿੱਤੀ ਜਾਵੇ ਕਿ ਫਿਲਹਾਲ ਅਜੇ ਕੁਝ ਬਹੁਤਾ ਓਪਨ ਨਹੀਂ ਕੀਤਾ ਜਾ ਰਿਹਾ ਉਹਨਾਂ ਵੱਲੋਂ। ਪ੍ਰੋਬਲਮ ਇਹ ਹੈ ਕਿ ਸਾਰੀਆਂ ਬੋਡੀ ਚੈਡ ਹੋ ਗਈਆਂ ਨੇ, ਸੜ ਗਈਆਂ ਨੇ ਬੁਰੀ ਤਰ੍ਹਾਂ, ਤੇ ਉਹ ਹੁਣ ਮਿਕਸ ਹੋ ਗਈਆਂ ਨੇ, ਪਛਾਣੀਆਂ ਨਹੀਂ ਜਾ ਰਹੀਆਂ। ਉਹ ਜਦ ਪਛਾਣ ਕੇ ਉਹ ਦੇਖਣਗੇ ਨਾ ਕੌਣ ਕਿਹੜੀ ਬੋਡੀ ਹੈ, ਕਿਉਂਕਿ ਬੋਡੀਆਂ ਫਿਰ ਦਿੱਲੀ ਜਾਣਗੀਆਂ ਐਕਚੁਅਲੀ ਫਾਈਨਲ ਜਾ ਕੇ ਉੱਥੇ ਜੋ ਪੂਰਾ ਬਿਆਨ ਕਰੈਕਟਨੈਸ ਦੇ ਆਧਾਰ ਤੇ ਹੋਣਾ ਹੈ। ਔਰ ਉਸ ਦੇ ਨਾਲ ਇਹ ਵੀ ਇੰਪੋਰਟੈਂਟ ਹੈ ਕਿ ਸਾਰਾ ਜਿਹੜਾ ਡਿਫੈਂਸ ਦਾ ਪੈਰਾਫਰਨੇਲੀਆ ਹੈ, ਨਵਾਂ ਕੌਣ ਬਣੇਗਾ, ਕੌਣ ਹੈ, ਆਹ ਚੀਜ਼ਾਂ ਪਹਿਲਾਂ ਪਲਾਨ ਕਰਨੀਆਂ, ਕੌਣ ਟੇਕ ਓਵਰ ਕਰੇਗਾ, ਕੌਣ ਨਹੀਂ ਕਰੇਗਾ। ਲੱਗਦਾ ਜਿਵੇਂ ਹੁਣ ਉਹਨੂੰ ਆਪਣਾ ਜਿਹੜਾ ਆਰਮੀ ਦਾ ਚੀਫ ਹੈ ਉਹਨੂੰ ਮਊ ਤੋਂ ਬੁਲਾ ਲਿਆ, 에ਅਰ ਫੋਰਸ ਦਾ ਚੀਫ ਹੈ, ਔਰ ਰਾਜਨਾਥ ਸਿੰਘ ਹੋਰੀ ਘਰੇ ਵੀ ਗਏ ਨੇ ਉਹਨਾਂ ਦੇ, ਬਿਪਨ ਰਾਵਤ ਹੋਰਾਂ ਦੇ 에ਅਰ ਫੋਰਸ ਦੇ ਘਰ 에ਅਰ ਫੋਰਸ ਦਾ ਚੀਫ ਉਹਨੂੰ ਭੇਜਿਆ ਭਾਈ ਜਾ ਕੇ ਤੇ ਇਨਕੁਆਇਰੀ ਕਰ। ਤਾਂ ਦੋ ਤਾਂ ਸਾਡੀਆਂ ਥਰੂ ਹੋ ਗਈਆਂ ਕਿ ਪ੍ਰਾਇੋਰਟੀ ਜੋ ਹੈ ਸ਼ਾਇਦ ਨੈਕਸਟ ਚੀਫ ਜੋ ਹੈ ਉਹ ਆਰਮੀ ਦੇ ਵਾਲੇ ਨੂੰ ਬਣਾਉਣਗੇ ਤੇ 에ਅਰ ਚੀਫ ਦਾ ਨਹੀਂ ਬਣੇਗਾ, ਤੀਜਾ ਤਾਂ ਫਿਰ ਨੇਵੀ ਦਾ ਚੀਫ ਹੀ ਰਹਿ ਗਿਆ ਨਾ। ਤਾਂ ਮਤਲਬ ਦੋ ਪੋਸਿਬਿਲਿਟੀਆਂ ਇਸੇ ਤਰ੍ਹਾਂ ਹੀ ਬਣਦੀਆਂ ਨੇ। ਤਾਂ ਉਹ ਹੁਣੇ ਇਹਨਾਂ ਨੇ ਡਿਸਾਈਡ ਕਰਨਾ ਹੈ। ਇਹਨਾਂ ਦੀ ਡਿਫੈਂਸ ਕਮੇਟੀ ਦੀ ਮੀਟਿੰਗ ਵੀ ਹੋ ਚੁੱਕੀ ਹੈ, ਪ੍ਰਾਈਮ ਮਿਨਿਸਟਰ ਨੂੰ ਸਾਰੀ ਸਿਚੁਏਸ਼ਨ ਦੱਸ ਦਿੱਤੀ ਹੈ। ਹੁਣ ਤੱਕ ਤਾਂ ਇਹਨਾਂ ਸੋਚ ਵੀ ਲਿਆ ਹੋਣਾ ਕਿ ਕਿਹਨੂੰ ਅੱਗੇ ਕੰਬਾਈਨਡ ਡਿਫੈਂਸ ਚੀਫ ਬਣਾਉਣਾ। ਠੀਕ ਹੈ। ਅਗਰ ਮਤਲਬ ਇਹੋ ਜਿਹੀ ਘਟਨਾ ਹੁੰਦੀ ਹੈ ਕਿ ਉਹ ਨਹੀਂ ਰਹਿੰਦੇ, ਹਾਲੇ ਤੱਕ ਤਾਂ ਰਿਪੋਰਟ ਆਈ ਨਹੀਂ ਕਿ ਗਏ ਨੇ ਉਹ, ਤੇ ਲੇਕਿਨ ਕੀ ਅੱਗੇ ਨੂੰ ਹੁੰਦਾ ਇਹ ਕੁਝ ਮਤਲਬ ਜਿਵੇਂ ਟਾਈਮਸ ਆਫ ਇੰਡੀਆ ਵਾਲਾ ਕਹਿੰਦਾ ਸੀ ਕਿ ਹਾਲਤ ਠੀਕ ਨਹੀਂ ਹੈ। ਇਹਦਾ ਮਤਲਬ ਓਪਨਲੀ ਨਹੀਂ ਕਹਿ ਰਹੇ, ਸੋਰਸਸ ਦੇ ਹਵਾਲੇ ਨਾਲ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ। 13 ਦਾ ਤਾਂ ਆ ਗਿਆ ਨਾ, 13 ਦਾ ਤਾਂ ਕਿਹਾ ਜਾ ਰਿਹਾ। ਹਾਂ। ਅੱਛਾ ਧਾਲੀਵਾਲ ਸਾਹਿਬ, ਇੱਕ ਤੁਹਾਡੇ ਤੋਂ ਇੱਕ ਅੱਧਾ ਆਖਰੀ ਸਵਾਲ ਹੈ, ਸਾਡੇ ਕੋਲ ਟਾਈਮ ਉਹਨਾਂ ਕੀ ਹੈ। ਇੱਕ ਚੀਜ਼ ਜਿਵੇਂ ਮੈਂ ਪਹਿਲਾਂ ਕਈ ਵਾਰ ਜ਼ਿਕਰ ਹੋਇਆ ਆਪਣਾ ਕਿ ਮਿਗ ਜਦੋਂ ਜਾਂਦੇ ਨੇ ਬਹੁਤ ਪਾਇਲਟ ਨੇ ਜਿਹੜੇ ਸ਼ਹੀਦ ਕਹਿ ਲਓ ਜਾਂ ਕਹਿ ਲਓ ਡੈਥ ਹੋ ਜਾਂਦੀ ਆ, ਪਰ ਹੁਣ ਇੱਕ VVIP ਦਾ ਚਲੇ ਜਾਣਾ, ਔਰ ਉਹ ਵੀ VVIP ਵੀ ਇਸੇ ਤਬਕੇ ਦਾ, ਜਿਵੇਂ ਕਹਿ ਲਓ ਕਿ CDS ਬਿਪਨ ਰਾਵਤ ਹੋਰਾਂ ਦਾ ਚਲੇ ਜਾਣਾ, ਜਿਹੜੇ ਬਹੁਤ ਸਿਖਰ ਲਿਆਉਂਦੇ ਤੈਨਾਤ ਸੀ। ਤੁਹਾਨੂੰ ਲੱਗਦਾ ਕਿ ਇਹ ਤੋਂ ਕੋਈ ਸਬਕ ਹੋਊਗਾ, ਕੋਈ ਹੁਣ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਚੀਜ਼ਾਂ ਹੋਣਗੀਆਂ? ਇਹ ਠੀਕ ਆ, ਆਪਣੇ ਆਰਮਡ ਫੋਰਸਿਸ ਖਾਸ ਕਰ 에ਅਰ ਫੋਰਸ ਦੇ ਅੰਦਰ ਜੋ ਪਾਇਲਟ ਲਏ ਜਾਂਦੇ ਨੇ, ਹਰ ਪਾਇਲਟ ਤਾਂ ਹੀ ਬਣਦਾ ਉਹ ਅਗਰ ਫੁੱਲੀ ਕੈਪੇਬਲ ਆ, ਕੰਪੀਟੈਂਟ ਆ, ਤਾਂ ਹੀ ਉਹਨੂੰ ਕਮਿਸ਼ਨਡ ਆਫੀਸਰ 에ਅਰ ਫੋਰਸ ਕਮਿਸ਼ਨ ਦਿੱਤਾ ਜਾਂਦਾ, ਵਿੰਗਸ ਦਿੱਤੇ ਜਾਂਦੇ ਨੇ, ਤਾਂ ਉਹ ਏਬਲ ਹੁੰਦਾ ਵਾ। ਉਹ ਹਰ ਕਿਸਮ ਦਾ ਹੈਲੀਕਾਪਟਰ, ਦੈਨ ਫਾਈਟਰ ਪਲੇਨ, ਦੈਨ ਟਰਾਂਸਪੋਰਟਰ ਪਲੇਨ ਉਹ ਉਡਾ ਸਕਦਾ ਵਾ। ਹਰ ਪਾਇਲਟ ਜਿਹੜਾ 에ਅਰ ਫੋਰਸ 'ਚ ਹੁੰਦਾ ਵਾ ਉਹ ਕੰਪੀਟੈਂਟ ਹੁੰਦਾ ਵਾ, ਉਹਦੇ ਤੇ ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ। ਪਰੰਤੂ ਕੁਝ ਕਹਿੰਦੇ ਪ੍ਰੋਫੈਸ਼ਨਲ ਦੇ ਵਿੱਚ ਵੀ ਆਊਟਸਟੈਂਡਿੰਗ ਹੁੰਦੇ ਆਦਮੀ, ਕੁਝ ਐਵਰੇਜ ਹੁੰਦੇ ਆ, ਪਰ ਇਸ ਤਰ੍ਹਾਂ ਦੇ ਜਦੋਂ VVIP ਜਾਂ ਕੋਈ ਵੀ ਹੈ ਉਹਦੇ ਤੇ ਮੋਸਟਲੀ ਚੁਣ ਕੇ ਪਾਇਲਟਸ ਲਗਾਏ ਜਾਂਦੇ ਨੇ।
अब ਹੁਣ ਇਹ ਵੀ ਪਾਇਲਟ ਤੋਂ ਕੋਈ ਕਮੀ ਤਾਂ ਨਹੀਂ ਹੋਣੀ ਚਾਹੀਦੀ, ਬੜਾ ਬੈਸਟ ਪਾਇਲਟ ਹੋਊਗਾ ਜਿਸ ਨੂੰ ਲਗਾਇਆ ਗਿਆ। ਅਬ ਇਹਦੇ ਚ ਅਨਕੰਟਰੋਲੇਬਲ ਸਰਕਮਸਟੈਂਸਸ ਇਸ ਤਰ੍ਹਾਂ ਦੇ ਸਡਨ ਡਿਵੈਲਪ ਹੋ ਗਏ ਕਿ ਸਡਨ ਮੌਸਮ ਚ ਚੇਂਜ ਆ ਗਈ, ਸਡਨ ਪੂਅਰ ਵਿਜ਼ਿਬਿਲਿਟੀ ਹੋ ਗਈ, ਕੋਈ ਟੈਕਨੀਕਲ ਡਿਵੈਲਪਮੈਂਟ ਇਸ ਤਰੀਕੇ ਦੀ ਆ ਗਈ, ਫਾਲਟ ਆ ਗਿਆ, ਆਊਟ ਆਫ ਕੰਟਰੋਲ ਚਲਿਆ ਗਿਆ। ਤਾਂ ਜਦੋਂ ਜੋ ਇਸ ਤਰ੍ਹਾਂ ਦੀ ਉਹਦੀ ਆਊਟ ਆਫ ਕੰਟਰੋਲ ਪਾਇਲਟ ਆਪਣੀ ਆਖਰੀ ਜਾਨ ਤੱਕ ਆਪਣੀ ਜ਼ਿੰਦਗੀ ਜਾਨ ਲਾ ਦਿੰਦਾ ਵਾ ਜਹਾਜ਼ ਨੂੰ ਔਰ ਜੋ ਵਿੱਚ ਸਵਾਰ ਨੇ ਉਹਨਾਂ ਨੂੰ ਬਚਾਉਣ ਦੀ। ਉਹ ਆਪਣੀ ਜ਼ਿੰਦਗੀ ਤੇ ਖੇਡ ਜਾਂਦਾ ਵਾ, ਪਿੰਡ ਬਚਾਉਂਦਾ। ਥੱਲੇ ਦਾ ਵੀ ਉਹਨੂੰ ਗਰਾਊਂਡ ਰਿਐਲਿਟੀ ਵੀ ਦੇਖਣੀ ਪੈਂਦੀ ਹੈ ਕਿ ਪਿੰਡ ਥੱਲੇ ਕੋਈ ਜਿਹੜੀ ਜਗ੍ਹਾ ਵਾ ਉਹ ਡਿਵੈਲਪ ਏਰੀਆ ਤਾਂ ਨਹੀਂ ਹੈ, ਕੋਈ ਆਬਾਦੀ ਵਾਲਾ ਏਰੀਆ ਤਾਂ ਨਹੀਂ ਹੈ। ਕਈ ਵਾਰ ਪਾਇਲਟ ਆਪ ਬਚ ਸਕਦੇ ਸੀ ਲੇਕਿਨ ਆਬਾਦੀ ਵਾਲੇ ਦੇ ਏਰੀਆ ਨੂੰ ਬਚਾਉਂਦੇ ਖੁਦ ਸ਼ਹੀਦ ਹੋ ਗਏ। ਤਾਂ ਪਾਇਲਟ ਦੀ ਤਾਂ ਕੋਈ ਕੰਪੀਟੈਂਸ ਤੇ ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ। ਬਿਲਕੁਲ ਚੀਜ਼ਾਂ ਜਦੋਂ ਪੜਤਾਲ ਹੋਵੇਗੀ, ਕਮੇਟੀ ਵੀ ਬਿਠਾਈ ਗਈ ਹੈ, ਤਾਂ ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਸਾਫ਼ ਹੋਣਗੀਆਂ। ਧੰਨਵਾਦ ਕਰ ਦਿੰਦੇ ਹਾਂ ਮਹਿਮਾਨਾਂ ਦਾ, ਕਿਉਂਕਿ ਸਮਾਂ ਸਾਡੇ ਕੋਲ ਇੰਨਾ ਹੀ ਸੀ। ਮੰਦਭਾਗਾ ਹਾਦਸਾ ਜਿਹੜਾ ਵਾਪਰਿਆ ਤਾਂ ਉਹਦੇ ਉੱਤੇ ਗੱਲਬਾਤ ਕੀਤੀ ਹੈ ਕਿ ਆਖਰ ਕਿਉਂ ਵਾਪਰਦੇ ਨੇ ਇਸ ਤਰ੍ਹਾਂ ਦੇ ਹਾਦਸੇ। ਇਸ ਤੋਂ ਪਹਿਲਾਂ ਵੀ ਕਈ ਜਿਹੜੇ ਹਾਦਸੇ ਵਾਪਰਦੇ ਨੇ ਔਰ ਲੋੜ ਹੈ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਸਬਕ ਲੈਣ ਦੀ, ਤਾਂ ਜੋ ਭਵਿੱਖ ਦੇ ਵਿੱਚ ਅਜਿਹਾ ਕੁਝ ਮੰਦਭਾਗਾ ਨਾ ਹੋਵੇ। ਧੰਨਵਾਦ।